ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਦੀ ਪੂਰੀ ਟੀਮ ਵੱਲੋਂ ਆਪ ਜੀ ਨੂੰ ਗੁਰਪੁਰਬ ਧੰਨ ਧੰਨ ਪ੍ਰਗਟ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਬ ਪਹਿਲੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਵਿਖੇ ਅੱਜ ਦੀਵਾਨ ਸਜੇ, ਕੀਰਤਨ ਹੋਏ, ਕਥਾ ਹੋਈ, ਉਹਦਾ ਵਿਚਾਰ ਆइए ਸਰਵਣ ਕਰਦੇ ਹਾਂ। ਤੇ ਦਿੱਤੇ ਹੋਏ ਨੰਬਰ ਜੋ ਆਪ ਜੀ ਦੇਖ ਰਹੇ ਹੋ ਗੁਰਦੁਆਰਾ ਗੁਰੂ ਸਿੰਘ ਸਭਾ ਪਲੀਆ ਕਲਾਂ ਦੇ ਹੈ ਜੀ। ਇਸ ਦੇ ਉੱਤੇ ਨਵੇਂ ਜੋ ਦਰਬਾਰ ਹਾਲ ਬਣ ਰਿਹਾ ਹੈ, ਨਵੇਂ ਦਰਬਾਰ ਹਾਲ ਦੀ ਕਾਰ ਸੇਵਾ ਚੱਲ ਰਹੀ ਹੈ, ਉਸ ਦੇ ਅੰਦਰ ਆਪਣਾ ਯੋਗਦਾਨ ਪਾਉਣ ਲਈ ਇਸ ਨੰਬਰਾਂ ਤੇ ਆਪਣਾ ਯੋਗਦਾਨ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਬਹੁਤ ਹੀ ਮਨੋਹਰ ਕੀਰਤਨ, ਰਸਮਈ ਗੁਰਬਾਣੀ ਆਪਾਂ ਨੂੰ ਸਰਵਣ ਕਰਾਈ ਹੈ। ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ, ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਤਜਾਇਆ, ਹਉਮੈ ਰੋਗ ਗਿਆ ਭਉ ਭਾਗਾ, ਸਹਜੇ ਸਹਿਜ ਮਿਲਾਇਆ। ਸੁਣ ਬੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਰੇ ਸਿੱਖ ਸੰਗਤ ਵਾਸਤੇ, ਕਿਉਂਕਿ ਉਸ ਤੋਂ ਪਹਿਲਾਂ ਜੋ ਸਮਾਂ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਵਿਚਰਨ ਕਰਦੇ ਸਨ, ਉਹ ਜਦੋਂ ਬਾਣੀ ਆਉਂਦੀ ਸੀ ਅਕਾਲ ਪੁਰਖ ਦੀ ਬਾਣੀ, ਧੁਰ ਕੀ ਬਾਣੀ, ਕਿਉਂਕਿ ਜੋ ਗੁਰਬਾਣੀ ਹੈ ਇਹ ਧੁਰ ਦਰਗਾਹ ਤੋਂ ਆਈ ਹੋਈ ਹੈ, ਪਰਮਾਤਮਾ ਦੀ ਬਾਣੀ ਹੈ। ਤਾਂ ਜਦੋਂ ਬਾਣੀ ਆਉਂਦੀ ਸੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜਿਹਨੂੰ ਕਹਿੰਦੇ ਸੀ ਮਰਦਾਨਿਆ, ਰਬਾਬ ਛੇੜ ਬਾਣੀ ਆਈ ਹੈ, ਉਸ ਬਾਣੀ ਨੂੰ ਨਾਲ ਦੀ ਨਾਲ ਲਿਖ ਲਿਆ ਜਾਂਦਾ ਸੀ, ਇਕੱਤਰ ਕਰ ਲਿਆ ਜਾਂਦਾ ਸੀ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਤਨੇ ਵੀ ਗੁਰੂਆਂ ਦੀ ਉਸ ਸਮੇਂ ਬਾਣੀ ਸੀ ਉਹਨੂੰ ਇਕੱਠਾ ਕੀਤਾ। ਛੋਟੀਆਂ ਛੋਟੀਆਂ ਪੋਥੀਆਂ ਸਨ, ਉਹਨੂੰ ਇਕੱਤਰ ਕਰਕੇ ਪੋਥੀ ਦਾ ਰੂਪ ਦਿੱਤਾ ਗਿਆ। ਔਰ ਭਗਤਾਂ ਦੀ ਬਾਣੀ, ਜਿਨ੍ਹਾਂ ਨੇ ਇੱਕ ਮਾਨਵਤਾ ਦੀ ਗੱਲ ਕੀਤੀ ਹੈ ਇਸ ਬਾਣੀ ਦੇ ਵਿੱਚ, ਪਰਮਾਤਮਾ ਦੀ ਸਿਫਤ ਕੀਤੀ ਹੈ, ਉਸ ਬਾਣੀ ਨੂੰ ਸ਼ਾਮਲ ਕੀਤਾ ਗਿਆ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਸ ਸਰੂਪ ਦੇ ਵਿੱਚ ਜਦੋਂ ਬਾਣੀ ਇਕੱਠੀ ਹੋ ਗਈ, ਸੰਕਲਿਤ ਹੋ ਗਈ, ਇਤਿਹਾਸ ਵਿੱਚ ਦੱਸਦੇ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਧਰ ਸੰਪੂਰਨ ਤਿਆਰੀ ਹੋ ਗਈ ਸੀ ਉਸ ਸਮੇਂ। ਸਰੋਵਰ ਸਾਹਿਬ ਦੀ ਔਰ ਸ੍ਰੀ ਦਰਬਾਰ ਸਾਹਿਬ ਜੀ ਜਿੱਥੇ ਹੁਣ ਆਪਾਂ ਦਰਸ਼ਨ ਕਰਨ ਜਾਂਦੇ ਹਾਂ, ਉਸ ਵਕਤ ਵੀ ਗੁਰੂ ਸਾਹਿਬ ਜੀ ਉਹ ਸਥਾਨ ਨੂੰ ਸੁਣਨਾ ਨਹੀਂ ਸੀ ਛੱਡਿਆ, ਉੱਥੇ ਬਿਰਾਜਦੇ ਸਨ। ਔਰ ਜੋ ਸਥਾਨ ਕੋਠਾ ਸਾਹਿਬ ਹੈ, ਰਾਮਸਰ ਸਾਹਿਬ, ਉੱਥੇ ਇਹ ਸਾਰੀ ਤਿਆਰੀ ਚੱਲੀ। ਔਰ ਉਸ ਜਦੋਂ ਮੁਕੰਮਲ ਹੋ ਗਈ, ਦੂਰ ਦਰਾੜੇ ਦੀਆਂ ਸੰਗਤਾਂ ਨੂੰ ਸੱਦੇ ਭੇਜੇ ਗਏ। ਅਫਗਾਨਿਸਤਾਨ, ਕਾਬੁਲ, ਕੰਧਾਰ, ਸ਼੍ਰੀਨਗਰ, ਹਿਮਾਚਲ ਦੇ ਵਿੱਚ ਬਹੁਤ ਦੂਰ ਦੂਰ ਤੱਕ ਬਹੁਤ ਸੰਗਤਾਂ ਪਹੁੰਚੀਆਂ। ਔਰ ਨਗਰ ਕੀਰਤਨ ਦੇ ਰੂਪ ਦੇ ਵਿੱਚ
ਜਦੋਂ ਕੋਠਾ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਹਾਰਾਜ ਜੀ ਨੂੰ ਲਿਆਂਦਾ ਗਿਆ ਔਰ ਪੰਜ ਪਿਆਰੇ ਸਾਹਿਬਾਨ ਔਰ ਹੋਰ ਅਨੇਕ ਸੰਗਤਾਂ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਜੀ ਨੇ ਬੇਨਤੀ ਕੀਤੀ ਕਿ ਆਪ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਤੇ ਸਜਾ ਕੇ ਲੈ ਕੇ ਚਲੋ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਚੌਰ ਦੀ ਸੇਵਾ ਕੀਤੀ ਔਰ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਬੜੇ ਹੀ ਪਿਆਰ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਆ ਕੇ ਪਹੁੰਚੇ ਹਨ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਬਾਬਾ ਬੁੱਢਾ ਜੀ ਨੂੰ ਕਿ ਆਪ ਪ੍ਰਕਾਸ਼ ਕਰੋ ਔਰ ਹੁਕਮਨਾਮਾ ਜੋ ਹੈ ਮੁੱਖ ਵਾਕ ਹੈ ਸੰਗਤਾਂ ਨੂੰ ਸੁਣਾਓ। ਔਰ ਉਸ ਵਕਤ ਬਾਬਾ ਬੁੱਢਾ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਪ੍ਰਕਾਸ਼ ਕੀਤਾ ਹੈ ਔਰ ਉਸ ਵਕਤ ਜੋ ਪਾਵਨ ਮੁਖ ਵਾਕ ਆਇਆ ਹੈ ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਪਾਵਨ ਸ਼ਬਦ ਸੁਣ ਕੇ ਸੰਗਤਾਂ ਜੋ ਬਹੁਤ ਦੂਰ ਦੌੜੇ ਤੋਂ ਆਈਆਂ ਸਨ, ਸੰਗਤਾਂ ਗਦਗਦ ਹੋ ਗਈਆਂ, ਸੰਗਤਾਂ ਦੇ ਵਿੱਚ ਖੁਸ਼ੀ ਛਾ ਗਈ। ਔਰ ਉਸ ਤੋਂ ਫਿਰ ਉਸੇ ਸਮੇਂ ਤੋਂ ਲੈ ਕੇ ਬਹੁਤ ਦੂਰ ਦੂਰ ਤੱਕ ਸੰਗਤਾਂ ਦਰਸ਼ਨ ਕਰਨ ਆਉਣ ਲੱਗ ਪਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਸਮੇਂ ਪ੍ਰਕਾਸ਼ਮਾਨ ਹੋ ਕੇ ਜੋ ਲਗਾਤਾਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਸੋ ਮੈਂ ਬੇਨਤੀ ਕਰਾਂ ਕਿ ਆਪ ਜੀ ਜਿੱਥੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਆਓ ਬੜੇ ਆਦਰ ਸਤਿਕਾਰ ਸੇ ਬੇਨਤੀ ਕਰਾਂਗਾ ਹੈਡ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਤਿੰਦਰਪਾਲ ਸਿੰਘ ਜੀ ਜੋ ਕੁਝ ਸਮੇਂ ਆਪ ਜੀ ਨੂੰ ਅੱਜ ਦੇ ਜੋ ਸਾਡਾ ਇਤਿਹਾਸ ਹੈ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ। ਉਹਨਾਂ ਤੋਂ ਬਾਅਦ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਉਹਨਾਂ ਨੇ ਹਾਜ਼ਰੀ ਭਰਨੀ ਹੈ, ਉਹ ਵੀ ਪਹੁੰਚ ਰਹੇ ਹਨ। ਸੋ ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਜਤਿੰਦਰਪਾਲ ਸਿੰਘ ਜੀ ਉਹਨਾਂ ਪਾਸੋਂ ਆਪਾਂ ਪਾਵਨ ਗੁਰਬਾਣੀ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ। ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹੋ। ਧੰਨਤਾ ਦੇ ਯੋਗ ਹੋ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ
ਮਨਾਉਣ ਦੇ ਲਈ ਆਪ ਜੀ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਕੇ ਆਪਣੇ ਪਿਆਰ ਦਾ ਸਬੂਤ ਗੁਰੂ ਪ੍ਰਤੀ ਦਿੰਦਿਆਂ ਹੋਇਆਂ ਬਾਣੀ ਦੇ ਨਾਲ ਜੁੜ ਕੇ ਆਪਣੇ ਜਨਮਾਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਮਹਾਨ ਹੈ। ਸਾਰੇ ਹੀ ਸਤਿਗੁਰਾਂ ਦੀ ਵੈਸੇ ਤਾਂ ਉਪਮਾ ਵੱਖੋ ਵੱਖਰੀ ਹੈ, ਤੇ ਗੁਰਬਾਣੀ ਦੇ ਵਿੱਚ ਜੇਕਰ ਗੱਲ ਕਰੀਏ, ਜਿਹੜਾ ਸਭ ਤੋਂ ਵੱਡਾ ਕਾਰਜ ਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਨਾ, ਉਹਦਾ ਦੇਣ ਪੂਰੀ ਦੁਨੀਆ ਦੇ ਨਹੀਂ ਸਕਦੀ। ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਇਸ ਤੇ ਮੋਹਰ ਲਾ ਦਿੱਤੀ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਮੁੰਦਾਵਣੀ ਮੋਹਰ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सब सुधारो। फिर महाराज अगे फरमाउंदे ने, जे को खावे जे को भुंजै तिसका होए उधारो। हुण गुरु प्यार वालियो, ਤਿੰਨ ਚੀਜ਼ਾਂ ਦੇ ਵਿੱਚ ਇਨਸਾਨ ਜਿਉਂਦਾ ਹੈ। ਕੋਈ ਵੀ ਇਨਸਾਨ ਦੇ ਜੀਵਨ ਦੇ ਤਿੰਨ ਪੱਖ ਨੇ, ਬਚਪਨ, ਜਵਾਨੀ ਤੇ ਬੁਢੇਪਾ। ਮਾਇਆ ਦੇ ਤਿੰਨ ਰੂਪ ਨੇ, ਰਜੋਗੁਣ, ਤਮੋਗੁਣ, ਸਤੋਗੁਣ। ਤੇ ਤਿੰਨ ਕਾਲ ਨੇ, ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ। ਮਹਾਰਾਜ ਨੇ ਤਿੰਨੇ ਸਮਿਆਂ ਦੀ ਵਸਤੂ ਜਿਹੜੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਰੱਖ ਦਿੱਤੀ ਹੈ। ਜੇਕਰ ਜ਼ਿਕਰ ਕੀਤਾ ਜਾਵੇ ਦੂਸਰੇ ਦੁਨਿਆਵੀ ਹੋਰ ਜਿਤਨੇ ਵੀ ਪੀਰ ਪੈਗੰਬਰਾਂ ਨੇ ਗ੍ਰੰਥ ਜਿਹੜੇ ਨੇ, ਉਹਨਾਂ ਦੇ ਅਨੁਯਾਈਆਂ ਨੇ ਲਿਖੇ। ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਗਈ ਸੀ ਕਿ ਜਿਹੜੇ ਪ੍ਰithvi ਹੈ ਨਾ, ਉਹ ਸੂਰਜ ਦੁਆਲੇ ਨਹੀਂ, ਬਲਕਿ ਸੂਰਜ ਜਿਹੜਾ ਪ੍ਰithvi ਦੁਆਲੇ ਘੁੰਮਦਾ। ਤੇ ਇੱਕ ਸਾਇੰਟਿਸਟ ਨੇ ਗੱਲ ਜਦੋਂ ਸਿੱਧ ਕੀਤੀ ਕਿ ਨਹੀਂ, ਤੇ ਉਹ ਮੇਰੇ ਅੱਜ ਵੀ ਯਾਦ ਹੈ, ਉਹਨੂੰ ਥੰਮ ਦੇ ਨਾਲ ਸਾੜਿਆ ਗਿਆ। ਉਧਰ ਨਾ ਜਾਵਾਂ, ਇਤਿਹਾਸ ਬੜਾ ਲੰਬਾ ਹੈ। ਥੰਮ ਦੇ ਨਾਲ ਬੰਨ ਕੇ ਸਾੜ ਦਿੱਤਾ ਗਿਆ। ਕਿਉਂ? ਕਿਉਂਕਿ ਇਸ ਨੇ ਸਾਡੇ ਗ੍ਰੰਥ ਤੇ ਉਂਗਲ ਕੀਤੀ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕੈਸੀ ਹੈ? ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਜਿਸ ਕਿਸੇ ਵੀ ਸਮੇਂ ਕਾਲ ਦੇ ਵਿੱਚ ਜਾ ਕੇ ਇਸ ਨੂੰ ਪੜੋਗੇ ਨਾ, ਉਸ ਕਾਲ ਦੇ ਵਿੱਚ ਵੈਸਾ ਹੀ ਉਪਦੇਸ਼ ਆਪ ਜੀ ਨੂੰ ਮਿਲੇਗਾ। ਸਤਿਗੁਰੂ ਮਹਾਰਾਜ ਨੇ ਸਾਰੇ ਕਾਲਾਂ ਨੂੰ ਬਹੁਤ ਹੀ ਤਰਤੀਬਵਾਰ ਇਸ ਦੇ ਵਿੱਚ ਰੱਖ ਦਿੱਤਾ। ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। द्वापर कृष्ण मुरार, कंस किरतार्थ कियो। उगर सैन को राज अपै भगत है जन दियो। कलयुग प्रमाण नानक गुरु अंगद अमर कहायो। ते गुरु प्यार वाले हुण क्लास जेड़ी है, वो सब्जैक्ट की चल रहा गुरु ग्रंथ साहिब महाराज दा। संपादित करने की लोड़ क्यों पई? समाप्ति वाल वधा अगे बहुत ही सत्कारयोग होर भी मेरे वीर जिहड़े ने उन्होंने समा लाउणा। संपादित करने की लोड़ क्यों पई? क्योंकि उस टाइम जदों गुरु अर्जन देव पातशाह महाराज जी गद्दी ते विराजमान सन, तां उन्हां दे भराता वड्डे भरा बाबा प्रिथी चंद जी जिहड़े वो गुरु घर दे नाल ईरखा करदे सन। उमर दे विच वड्डे होण करके गद्दी मैनू क्यों नहीं मिली? उन्हां दा पुत्र अगों मेहरबान उन्हूं समझाउणा कीता। कहण लगे कि मैं होर सारे काम कीते ने, गुरु घर दा प्रबंध अपने हत्थां च सांभिआ है, पर गुरबाणी जिहड़ी है ये बाणी दी रचना नहीं मैं कर सकिया, ये तूं करनी है।
ਤੇ ਗੁਰੂ ਪਿਆਰ ਵਾਲੇ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ, ਪੜ੍ਹ ਕੇ ਰੋਂਗਟੇ ਖੜੇ ਹੋ ਜਾਂਦੇ ਨੇ। ਉਸ ਟਾਈਮ ਗੁਰੂ ਦਰਬਾਰ ਦੇ ਮੁਕਾਬਲੇ ਵਿੱਚ ਵੀ ਦਰਬਾਰ ਤਿਆਰ ਕੀਤਾ ਗਿਆ ਸੀ ਤੇ ਇੱਕ ਗ੍ਰੰਥ ਤਿਆਰ ਕੀਤਾ ਗਿਆ ਸੀ। ਉਹ ਜਦੋਂ ਬਾਣੀ ਪੜਿਆ ਕਰੇ ਸੰਗਤ, ਜਦੋਂ ਸੰਗਤ ਨੂੰ ਪਤਾ ਚੱਲਿਆ ਕਿ ਕੱਚੀ ਬਾਣੀ ਵੀ ਹੈ, ਗੁਰੂ ਮਹਾਰਾਜ ਤੱਕ ਖਬਰ ਪਹੁੰਚੀ, ਫਿਰ ਮਹਾਰਾਜ ਨੂੰ ਇਹ ਸੰਪਾਦਨਾ ਕਰਨ ਦੀ ਲੋੜ ਪਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅੱਜ ਵੀ ਹਰਕਤਾਂ ਇਹੋ ਜਿਹੀਆਂ ਕਰ ਰਹੇ ਨੇ ਗੁਰੂ ਪਿਆਰ ਵਾਲਿਓ ਕਈ ਕਿ ਇਹਦੇ ਵਿੱਚ ਰਲਾ ਪਾ ਦਈਏ ਕਿਸੇ ਤਰੀਕੇ ਨਾਲ, ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਉਹ ਸੱਚ ਹੈ। ਹੁਣ ਸੱਚ ਨੂੰ ਝੂਠ ਬਣਾਉਣਾ ਹੋਵੇ ਨਹੀਂ ਬਣ ਸਕਦਾ। ਸੱਚ ਨੂੰ ਝੂਠ ਕਿਸ ਤਰ੍ਹਾਂ ਬਣਾ ਲਓਗੇ? ਦੁੱਧ ਨੂੰ ਗੁਰੂ ਪਿਆਰ ਵਾਲੇ ਦੁੱਧ ਪਿਆ, ਦੁੱਧ ਨੂੰ ਪਾਣੀ ਜੇ ਕੋਈ ਆਖੀ ਜਾਵੇ, ਪਰ ਜਿਹਨੂੰ ਜਾਣਕਾਰੀ ਹੈ ਉਹ ਦੁੱਧ ਹੀ ਆਖੇਗਾ। ਤੇ ਜਿਸ ਨੇ ਬਾਣੀ ਪੜ੍ਹੀ ਹੈ, ਇਸੇ ਕਰਕੇ ਅੱਜ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਉਣ ਦੀ ਲੋੜ ਹੈ। ਕਿਉਂ? ਬਾਹਰੋਂ ਬਹੁਤ ਸਾਜ਼ਿਸ਼ਾਂ ਹੋ ਰਹੀਆਂ ਨੇ ਕਿ ਬਾਣੀ ਦੇ ਵਿੱਚ ਰਲਾ ਪਾਇਆ ਜਾਵੇ। ਕਈ ਗੁਟਕੇ ਸਾਹਿਬ ਐਸੇ ਛਪ ਗਏ ਨੇ ਜਿੱਥੇ ਬਾਣੀ ਦੇ ਵਿੱਚ ਤੁਕਾਂ ਤੋੜ ਮਰੋੜ ਕੇ ਅੰਕਿਤ ਕੀਤੀਆਂ ਗਈਆਂ ਨੇ। ਪਰ ਜਿਹੜਾ ਬਾਣੀ ਪੜ੍ਹਦਾ, ਜਿਹਨੂੰ ਕੰਠ ਹੈ ਬਾਣੀ, ਉਹ ਤੇ ਸਮਝ ਜਾਂਦਾ ਕਿ ਇੱਥੇ ਗਲਤੀ ਹੋ ਗਈ ਹੈ। ਪਰ ਜਿਹਨੂੰ ਬਾਣੀ ਹੁਣ ਪਤਾ ਹੀ ਨਹੀਂ, ਕਦੇ ਗਿਆ ਹੀ ਨਹੀਂ ਗੁਰੂ ਘਰ, ਕਦੇ ਜਪਜੀ ਸਾਹਿਬ ਪੜਿਆ ਨਹੀਂ, ਗੁਟਕੇ ਸਾਹਿਬ ਦੇ ਵਿੱਚ ਜਿਤਨੀ ਮਰਜ਼ੀ ਤਬਦੀਲੀ ਕਰ ਲੈ, ਉਹ ਵੈਸੇ ਹੀ ਰੱਟਾ ਚਾੜ ਦਿੰਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਸ ਜਦੋਂ ਖਬਰ ਪਹੁੰਚੀ, ਉਸ ਟਾਈਮ ਉਹਨਾਂ ਨੇ ਪਤਵੰਤੇ ਸਿੰਘਾਂ ਨੂੰ ਨਾਲ ਲਿਆ। ਭਾਈ ਗੁਰਦਾਸ ਜੀ ਵੀ ਦੋ ਹੋਏ ਨੇ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੇ ਹੋਏ ਨੇ, ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਗੁਰੂ ਘਰ ਦੇ ਪਹਿਲੇ ਵੇਦ ਵਿਆਸ ਹੋਣ ਦਾ ਮਾਣ ਪ੍ਰਾਪਤ ਹੈ ਭਾਈ ਗੁਰਦਾਸ ਜੀ ਨੂੰ। ਉਹਨਾਂ ਦੀਆਂ ਵਾਰਾਂ ਤੇ ਕਵਿਤ ਜਦੋਂ ਪੜ੍ਹਦੇ ਆ ਤੇ ਕਪਾਟ ਖੁੱਲਦੇ ਨੇ। ਉਹਨਾਂ ਦੀ ਬਾਣੀ ਨੂੰ ਦਰਜਾ ਪ੍ਰਾਪਤ ਹੈ। ਦਸਮ ਦੀ ਬਾਣੀ ਜਿਹੜੀ ਹੈ ਗੁਰੂ ਪਿਆਰ ਵਾਲਿਓ, ਚੌਪੀ ਸਾਹਿਬ ਤੇ ਹੋਰ ਕੁਝ ਕੁ ਬਾਣੀਆਂ ਜਿਹੜੀਆਂ ਨੇ, ਉਹਨਾਂ ਨੂੰ ਸੰਗਤ ਦੇ ਵਿੱਚ ਪੜਿਆ ਜਾਣ ਦਾ ਹੁਕਮ ਹੈ। ਗੁਰਬਾਣੀ ਪੜ੍ਹੀ ਜਾ ਸਕਦੀ ਹੈ ਸੰਗਤ ਦੇ ਵਿੱਚ। ਤੇ ਨਾਲ ਦੋ ਬਾਣੀਆਂ ਨੂੰ ਹੋਰ ਮਾਣ ਪ੍ਰਾਪਤ ਹੋਇਆ। ਕਿਹੜੀਆਂ? ਇੱਕ ਭਾਈ ਨੰਦ ਲਾਲ ਸਿੰਘ ਜੀ ਗੋਇਆ, ਉੱਥੇ ਭਾਈ ਨੰਦ ਲਾਲ, ਕਈ ਲਿਖਦੇ ਨੇ ਭਾਈ ਨੰਦ ਲਾਲ, ਪਰ ਭਾਈ ਨੰਦ ਲਾਲ ਸਿੰਘ ਨਾਮ ਉਹਨਾਂ ਦਾ ਲੈਣਾ ਚਾਹੀਦਾ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਬਾਅਦ ਦੇ ਵਿੱਚ ਅੰਮ੍ਰਿਤ ਛਕਿਆ। ਭਾਈ ਨੰਦ ਲਾਲ ਸਿੰਘ ਗੋਇਆ, ਉਹਨਾਂ ਦੀਆਂ ਗਜ਼ਲਾਂ ਨੂੰ ਪੰਥ ਨੇ ਮਾਨਤਾ ਦਿੱਤੀ ਹੈ ਕਿ ਕੋਈ ਵੀ ਰਾਗੀ ਸਿੰਘ ਇਹਨਾਂ ਨੂੰ ਪੜ੍ਹ ਸਕਦਾ। ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ ਉਹ ਵੀ ਗਾਇਨ ਕਰੇ ਜਾਂਦੇ। ਕਿਉਂ? ਕਿਉਂਕਿ ਉਹ ਗੁਰਬਾਣੀ ਦੀ ਕੁੰਜੀ ਹੈ। ਭਾਈ ਗੁਰਦਾਸ ਜੀ ਨਾਲ ਹੋਰ ਵੀ ਸਹਾਇਕ ਸਨ। ਤੇ ਜਦੋਂ ਭਾਈ ਗੁਰਦਾਸ ਜੀ ਰਾਮਸਰ ਦੇ ਕੰਢੇ ਗੁਰੂ ਪਿਆਰ ਵਾਲਿਓ, ਗੁਰੂ ਮਹਾਰਾਜ ਨੇ ਇਸ ਪਾਵਨ ਪਹਿਲਾ ਜਿਹੜਾ ਪ੍ਰਕਾਸ਼ ਹੋਇਆ ਨਾ, ਉਸ ਨੂੰ ਪੋਥੀ ਪਰਮੇਸ਼ਰ ਦਾ ਥਾਨ ਦਾ ਦਰਜਾ ਦਿੱਤਾ ਗਿਆ। ਤੇ ਮੈਂ ਸਮਾਪਤੀ ਵੱਲ ਵਧਾਂ। ਇੱਕ ਬਹੁਤ ਅਹਿਮ ਗੱਲ ਕਹਿ ਕੇ ਸਮਾਪਤੀ ਕਰਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਪਹਿਲਾ ਪ੍ਰਕਾਸ਼ ਕੀਤਾ ਗਿਆ, ਹੁਕਮ 783 ਅੰਗ ਉੱਪਰ ਸੂਹੀ ਰਾਗ ਦੇ ਅੰਦਰ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸਾਰਿਆਂ ਨੂੰ ਪਤਾ ਹੈ, ਆਪ ਜੀ ਨੂੰ ਇਹ ਹੁਕਮ ਆਇਆ ਸੀ। ਤੇ ਬਾਬਾ ਬੁੱਢਾ ਜੀ, ਧੰਨ ਧੰਨ ਬਾਬਾ ਬੁੱਢਾ ਜੀ ਆਪਣੇ ਸੀਸ ਤੇ ਚੁੱਕ ਕੇ ਲੈ ਕੇ ਗਏ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਚੌਰ ਸਾਹਿਬ ਕਰ 974 ਅੰਗਾਂ ਦਾ ਪਹਿਲਾ ਪ੍ਰਕਾਸ਼ ਹੋਇਆ ਸੀ। 974 ਅੰਗ ਸੀ। ਆਪ ਦੀ ਗਿਆਤ ਲਈ ਅਰਜ਼ ਕਰਾਂ, ਉਥੋਂ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤਖਤ ਤੇ ਜਿਹੜਾ ਆਸਣ ਲੱਗੇਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲੱਗੇਗਾ। ਜਿੱਥੇ ਉਹ ਗੁਰੂ ਪਿਆਰ ਵਾਲੇ ਕੋਠਾ ਸਾਹਿਬ ਹੈ, ਉੱਥੇ ਵਿਸ਼ਰਾਮ ਕਰਿਆ ਕਰਦੇ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤਖਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਸ਼ਰਾਮ ਕਰਿਆ ਕਰਨਗੇ। ਸਿੰਘਾਂ ਨੇ ਅਰਜ਼ ਕੀਤੀ, ਮਹਾਰਾਜ ਆਪ ਜੀ ਕਿੱਥੇ? ਕਹਿਣ ਲੱਗੇ, ਮੇਰੀ ਚਾਦਰ ਨੀਚੇ ਵਿਛਾਇਆ ਕਰੋ। ਕਿਤਨਾ ਮਾਣ ਦਿੱਤਾ ਸੀ। ਅੱਜ ਜਦੋਂ ਵੀਡੀਓ ਦੇਖਦੇ ਆ YouTube ਤੇ, ਕੋਈ ਗੁਰੂ ਪਿਆਰ ਵਾਲੇ ਚੋਲੇ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗੱਦੀ ਲਾ ਕੇ ਬੈਠਾ, ਬੜਾ ਦਿਲ ਤਪਦਾ।
बड़ा दिल तपदा है। ते जेड़े प्रचारक ने वो भी ऐसा प्रचार करते ने, कई वो क्यों मजबूरी पता नहीं, घर दी रोटी शायद उन्होंने गुरु ग्रंथ साहिब महाराज ते विश्वास नहीं भी रोटी गुरु ग्रंथ साहिब महाराज ने चलाउणी है साडी, उन्होंने अपने लिफाफियां की चिंता पै जाती है। मैं हर स्टेज ते गल कहना, उन्होंने ये हुंदा कि पता नहीं असीं इन्हां दी उस्तत करिए ते शायद सानू माया ज्यादा मिले। गुरु ग्रंथ साहिब महाराज की उस्तत करो जिन्हें सारे संसार नू रोटी देनी है। ते गुरु ग्रंथ साहिब महाराज सच्चे पातशाह दा सुखासन जिहड़ा हुंदा सी पलंग ते, गुरु अर्जन देव पातशाह महाराज जी वो भुंजे सोया करते सन, चादर विछिया करती सी। अज भी चादर उस तरह विछदी है। ते गुरु प्यार वाले इतों वड्डा सबूत होर की हो सकता है। अज लोड़ है सानू गुरु ग्रंथ साहिब महाराज जी का सत्कार करने की, इन्हां दा वध तो वध सत्कार किया जाए। जिथे भी गुरु महाराज के सवारे ने जाना होवे, जे पड़ोसी के घर भी गया ना तो तेरा फर्ज बनता है राह साफ करें गुरु महाराज। ते गुरु प्यार वाले सतगुरु महाराज किरपा करन, आप सारियां नूं दास वल्लों अते होर गुरु घर के प्रबंधक साहिबाना वल्लों, सारे ही स्टाफ वल्लों लख लख वधाई होवे जी गुरु ग्रंथ साहिब सच्चे पातशाह महाराज के पहले प्रकाश पुरब दी। जे साडे कोले खजाना ना होवे ना, मैं समझदा जे 100 चंदा उगवे, सूरज चढ़े 1000, एते चानण हुंदियां गुरबिन घोर अंधार, इहदे बिना तां नेर पै जावे सानू। तू सांझा साहिब बाप हमारा। ते फिर महाराज ने सब तो वड्डी गल आख दित्ती, होए एकत्र मिलो मेरे भाई, दुविधा दूर करो लिव लाए, हर नामे के होवो जोड़ी, गुरमुख बैसो सफा विछाए। इत्थे तां झगड़े मिटाउणे सी, पर अज असीं इत्थे इह स्थानां नूं झगड़ियां दा घर ना बनाईए। गुरु ग्रंथ साहिब महाराज किसी की निजी मलकीयत नहीं। अज सानू लोड़ है एक थां ते इकट्ठे होने दी, ते जे थां दिता है महाराज ने वो केवल ते केवल गुरु ग्रंथ साहिब महाराज दा दरबार है। जिथे मुसलमान वीर भी आवेगा ओदा भी झगड़ा खत्म होवेगा, हिंदू वीर भी आवेगा उसकी भी फरियाद सुनी जाएगी, सिख वीर भी आवेगा उसकी भी दुआ कबूल होवेगी। गुरु प्यार वाले सतगुरु महाराज कृपा करन, इतनियां को बेनतियां प्रवान करनियां जिन्हां प्रेमियां वल्लों माया आई महाराज खजाने भरपूर करन, काल कंठ दूर करन, बीजिया हरिया करन। अगले जत्थे नूं जी आया कहंदा होया दास खिमा दा जाचक है। गुरु ग्रंथ साहिब महाराज दा धन्नवादी हां जो कि आप जैसियां रब रूही संगतां दे दर्शन सतगुरु महाराज ने बख्शिश कीते। हुण मैं इत्थे ही समाप्ति करदा हां। सतगुरु महाराज कृपा करन अगला प्रोग्राम आप जी सैकटरी साहब तो सरवण करो जी अते करो मुख पवित्र परवानो जी फतेह। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। साध संगत जी हाजरी लवाई, आप आवाज नहीं आई आप जी की। वाहिगुरू जी का खालसा वाहिगुरू जी की फतेह। क्योंकि सतगुरु जी की हजूरी च आप बैठे होइए और गुरु महाराज दर्शन दे रहे हों, ऐसे पातशाह जिन्हां दा अज असीं प्रकाश दिहाड़ा मना रहे हैं, साडे अंदर इतनी खुशी होवे कि असीं तां बड़े प्यार दे नाल सो भाई साहब जी हुणां ने आप जी नूं, क्योंकि समय सीमित है, इतिहास के नाल जोड़िया है। जिथे भाई साहब जी हुणां ने हुणे आप जी नूं सत्कार की गल कीती है, दास नूं एक गल याद आ गई। धन श्री गुरु अर्जन देव महाराज पंचम पातशाह जिस वक्त अमृतसर साहब हजे उन्हां दी उम्र जवानी दे विच है, बहुत सेवा करते सन और संगतां दूर दराड़े तो चल के आउंदियां सन दर्शनां वास्ते। क्योंकि धन श्री गुरु ग्रंथ साहिब महाराज पातशाह जिन्हां दा जदों प्रकाश होया है तो संगतां नूं जदों पता लगता सी हौली हौली, क्यों तो साधन नहीं सन, टैलीफोन वगैरह नहीं सी, जिमें जिमें पता लगता सी संगतां दूर दराड़े तो चल के पहुंचदियां सन, कई दिन लगते सी।
ਇਸੇ ਤਰ੍ਹਾਂ ਕਾਬੁਲ, ਕੰਧਾਰ, ਅਫਗਾਨਿਸਤਾਨ ਦੀ ਸੰਗਤ ਨੂੰ ਪਤਾ ਲੱਗਾ ਹੈ, ਸੰਗਤਾਂ ਦਰਸ਼ਨ ਕਰਨ ਵਾਸਤੇ ਚੱਲ ਪਈਆਂ। ਰਸਤੇ ਦੇ ਵਿੱਚ ਆਪਣੇ ਛਕਣ ਵਾਸਤੇ, ਕਿਉਂਕਿ ਉਸ ਸਮੇਂ ਸਾਧਨ ਨਹੀਂ ਸਨ ਕੋਈ, ਰਸਤੇ ਦੇ ਵਿੱਚ ਕੁਝ ਰਾਸ਼ਨ ਲੈ ਲਿਆ ਹੈ, ਖਾਣ ਪੀਣ ਵਾਸਤੇ ਸਮਾਨ ਲੈ ਲਿਆ ਹੈ। ਜਿੱਥੇ ਪੜਾਅ ਹੁੰਦਾ ਹੈ ਸੰਗਤਾਂ ਉੱਥੇ ਰੁਕਦੀਆਂ ਹਨ। ਔਰ ਆਪ ਜੀ ਜਾਣਦੇ ਹੋ ਕਿ ਦੂਸਰੇ ਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਆ ਰਹੀਆਂ ਹਨ, ਕਾਬੁਲ, ਕੰਧਾਰ, ਅਫਗਾਨਿਸਤਾਨ ਤੋਂ। ਔਰ ਉਹਦੇ ਵਿੱਚ ਬਜ਼ੁਰਗ ਮਾਈਆਂ ਵੀ ਹਨ, ਬਜ਼ੁਰਗ ਸਾਡੇ ਉਹ ਵੀ ਹਨ, ਵੀਰ ਵੀ ਹਨ, ਤੇ ਸੰਗਤਾਂ ਚੱਲਦੀਆਂ ਆ ਰਹੀਆਂ ਹਨ। ਇਸੇ ਤਰ੍ਹਾਂ ਉਸ ਸਮੇਂ ਇਹ ਵੀ ਹੁੰਦਾ ਸੀ, ਲਾਗੇ ਜੋ ਸੰਗਤ ਨੂੰ ਪਤਾ ਲੱਗਦਾ ਸੀ ਪਿੰਡਾਂ ਦੇ ਵਿੱਚ ਤੇ ਜਥਾ ਕੋਈ ਜਾ ਰਿਹਾ ਤੇ ਉਹਦੇ ਨਾਲ ਜਿਨ ਜਾਣਾ ਚਾਹੁੰਦਾ ਉਹ ਵੀ ਰਲ ਜਾਂਦੇ ਸੀ ਨਾਲ। ਉਹ ਸੰਗਤ ਦੇ ਵਿੱਚ ਇੱਕ ਬਹੁਤ ਹੀ ਗਰੀਬੜਾ, ਥੋੜੀ ਉਮਰ ਵੀ ਉਹਦੀ ਹੁਣ ਜ਼ਿਆਦਾ ਹੋ ਚੁੱਕੀ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੜਾ ਚਿਰ ਚੋਂ ਉਹਦੇ ਮਨ ਦੇ ਵਿੱਚ ਹੈ। ਗਰੀਬੀ ਵੀ ਅੱਤ ਦੀ ਹੈ। ਥੋੜਾ ਥੋੜਾ ਉਹਨੇ ਜੋੜ ਕੇ 1 ਟਕਾ ਇਕੱਠਾ ਕੀਤਾ ਹੈ। 1 ਟਕਾ ਉਸ ਸਮੇਂ ਬਹੁਤ ਕੀਮਤ ਹੁੰਦੀ ਸੀ। ਉਹਨੂੰ ਸੰਭਾਲ ਕੇ ਰੱਖਿਆ ਹੈ ਤੇ ਉਹ ਜਥੇ ਦੇ ਵਿੱਚ ਰਲ ਗਿਆ ਹੈ। ਉਹਨੂੰ ਆਪਣੇ ਜੋ ਸਿਰ ਦੇ ਉੱਪਰ ਦਸਤਾਰ ਬੰਨੀ ਹੈ ਉਹਦੇ ਲੜ ਦੇ ਨਾਲ ਬੰਨਿਆ ਹੋਇਆ ਹੈ ਕਿ ਗੁਰੂ ਸਾਹਿਬ ਨੂੰ ਮਨ ਦੇ ਵਿੱਚ ਸੋਚਦਾ ਹੈ ਕਿ ਹੁਣ ਉਮਰ ਮੇਰੀ ਜ਼ਿਆਦਾ ਹੋ ਰਹੀ ਹੈ, ਕਿਤੇ ਐਸਾ ਨਾ ਹੋਵੇ ਕਿਤੇ ਘਰ ਦੇ ਵਿੱਚ ਗਰੀਬੀ ਹੈ, ਕੋਈ ਐਸਾ ਸਮਾਂ ਆ ਗਿਆ ਇਹ ਮੇਤੋਂ ਕਿਤੇ ਖਰਚ ਹੋ ਜਾਣ ਔਰ ਮੈਂ ਪਾਪਾਂ ਦਾ ਭਾਗੀ ਬਣਾਂਗਾ, ਕਿਉਂਕਿ ਇਹ ਗੁਰੂ ਮਹਾਰਾਜ ਵਾਸਤੇ ਮੈਂ ਦਰਸ਼ਨਾਂ ਵਾਸਤੇ ਉੱਥੇ ਲਿਜਾਣੇ ਹਨ, ਭੇਟਾ ਕਰਨੇ ਹਨ। ਉਹ ਸੰਗਤ ਨਾਲ ਰਲ ਜਾਂਦਾ ਹੈ। ਸੰਗਤ ਕਈ ਦਿਨਾਂ ਦੀ ਥੱਕੀ ਟੁੱਟੀ ਹੈ। ਜਦੋਂ ਅੰਮ੍ਰਿਤਸਰ ਤੋਂ ਆਪਾਂ ਲਾਹੌਰ ਨੂੰ ਜਾਂਦੇ ਹਾਂ, ਇੱਕ ਸਥਾਨ ਪਿਪਲੀ ਸਾਹਿਬ ਪੈਂਦਾ ਹੈ। ਅੰਮ੍ਰਿਤਸਰ ਤੋਂ ਜ਼ਿਆਦਾ ਦੂਰ ਨਹੀਂ ਹੈ। ਸੰਗਤਾਂ ਬਹੁਤ ਦਿਨਾਂ ਦੀਆਂ ਭੁੱਖੀਆਂ, ਸਫ਼ਰ ਨਾਲ ਵੀ ਪਰੇਸ਼ਾਨ ਹਨ ਔਰ ਐਸਾ ਹੋ ਜਾਂਦਾ ਕਿ ਸੰਗਤਾਂ ਦੇ ਪਾਸ ਰਾਸ਼ਨ ਖਤਮ ਹੋ ਜਾਂਦਾ, ਰਾਸ਼ਨ ਨਹੀਂ ਕੋਈ ਬਚਦਾ। ਭੁੱਖੀਆਂ ਪਿਆਸੀਆਂ ਸੰਗਤਾਂ ਚੱਲ ਰਹੀਆਂ ਹਨ। ਹੁਣ ਉਸ ਸਥਾਨ ਤੇ ਸੰਗਤਾਂ ਪਹੁੰਚੀਆਂ, ਪਿਪਲੀ ਸਾਹਿਬ, ਜਿੱਥੇ ਹੈ ਪਿੱਪਲ ਦਾ ਦਰਖਤ ਹੈ ਬਹੁਤ ਵੱਡਾ। ਔਰ ਉੱਥੇ ਹਾਲਤ ਇਹ ਹੋ ਗਈ ਹੈ ਕਿ ਸੰਗਤਾਂ ਜਿਵੇਂ ਬੈਠੀਆਂ, ਜੋ ਲੇਟੇ ਸਨ ਉਹ ਲੇਟੇ ਹੈ। ਹੁਣ ਉੱਠਣ ਦੀ ਹਿੰਮਤ ਨਹੀਂ ਸੰਗਤਾਂ ਦੇ ਵਿੱਚ ਰਹਿ ਗਈ। ਭੁੱਖੇ ਪਿਆਸੇ ਬਹੁਤ ਹਨ। ਇੱਕ ਹਾਲਤ ਐਸੀ ਹੈ ਕਿ ਬੇਹੋਸ਼ੀ ਦੀ ਹਾਲਤ ਹੋ ਜਾਂਦੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੋਈ ਦਾਣਾ ਨਹੀਂ ਜਾਵੇਗਾ, ਪੈਰਾਂ ਦੇ ਵਿੱਚ ਵੀ ਛਾਲੇ ਹਨ। ਹੁਣ ਸੰਗਤਾਂ ਦੇ ਵਿੱਚ ਹਿੰਮਤ ਨਹੀਂ ਹੈ ਕਿ ਅੱਗੇ ਕਿਸ ਤਰ੍ਹਾਂ ਚੱਲਿਆ ਜਾਵੇ। ਇੱਧਰ ਪੰਚਮ ਪਾਤਸ਼ਾਹ ਜੋ ਸੰਗਤਾਂ ਉੱਧਰ ਚੱਲੀਆਂ ਹਨ, ਪਾਤਸ਼ਾਹ ਦੇਖੋ ਪਿਆਰ ਦੀ ਗੱਲ ਹੈ, ਗੁਰੂ ਦਾ ਤੇ ਸੰਗਤ ਦਾ ਪਿਆਰ। ਪਾਤਸ਼ਾਹ ਨੂੰ ਪਤਾ ਹੈ ਕਿ ਸੰਗਤ ਆ ਰਹੀ ਹੈ। ਹੁਣ ਪਾਤਸ਼ਾਹ ਬੈਠੇ ਹਨ। ਉਹਨਾਂ ਨੇ ਜੋ ਦੇਖਿਆ, ਫੁਰਨਾ ਆ ਗਿਆ ਕਿ ਸੰਗਤਾਂ ਬਹੁਤ ਵਿਆਕੁਲ ਹਨ, ਭੁੱਖੀਆਂ ਪਿਆਸੀਆਂ ਹਨ। ਤਾਂ ਮਾਤਾ ਜੀ ਨੂੰ ਇੱਕਦਮ, ਮਾਤਾ ਭਾਨੀ ਜੀ, ਉਹਨਾਂ ਨੂੰ ਕਿਹਾ ਕਿ ਇਦਾਂ ਕਰੋ, ਪ੍ਰਸ਼ਾਦੇ ਤਿਆਰ ਕਰੋ। ਦੇਖੋ ਉਸ ਸਮੇਂ ਹੁਕਮ ਤੇ ਸਤਿਕਾਰ ਇੰਨਾ ਕਿ ਮਾਤਾ ਜੀ ਨੇ ਇਹ ਨਹੀਂ ਪੁੱਛਿਆ ਕੀ ਕਰਨੇ ਹਨ, ਕਿੱਥੇ ਲਿਜਾਣੇ, ਕੀ ਕਰਨੇ ਕੀ ਨਹੀਂ ਹੈ। ਟੋਕਰਾ ਪ੍ਰਸ਼ਾਦਿਆਂ ਦਾ ਤਿਆਰ ਕੀਤਾ ਗਿਆ, ਨਾਲ ਜੋ ਵੀ ਸਮਾਨ ਸੀ ਲੈ ਲਿਆ। ਹਨੇਰੀ ਰਾਤ ਹੈ, ਕੱਚੇ ਰਸਤੇ ਹਨ, ਕੁਛ ਲਾਈਟ ਵਾਸਤੇ ਦੀਵਾ ਲੈ ਲਿਆ ਗਿਆ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਮਾਤਾ ਜੀ ਟੋਕਰਾ ਚੁੱਕ ਕੇ ਚਲੇ ਜਾਂਦੇ ਹਨ ਉਸ ਸਥਾਨ ਤੇ ਜਿੱਥੇ ਸੰਗਤਾਂ ਭੁੱਖੀਆਂ ਪਿਆਸੀਆਂ ਪਈਆਂ ਹਨ। ਪ੍ਰਸ਼ਾਦੇ ਰੱਖ ਦਿੱਤੇ। ਜਦੋਂ ਹਾਲਤ ਦੇਖੀ ਹੈ ਤਾਂ ਉਹ ਬਜ਼ੁਰਗਾਂ ਦੇ, ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨ ਦਬਾਉਣ ਲੱਗ ਪੈਂਦੇ ਹਨ, ਮੁੱਠੀ ਚਾਪੀ ਕਰ ਲੈਂਦੇ ਹਨ। ਔਰ ਇੱਧਰ ਮਾਤਾ ਭਾਨੀ ਜੀ ਜੋ ਬਜ਼ੁਰਗ ਮਾਤਾਵਾਂ ਸਨ, ਬੀਬੀਆਂ ਸਨ, ਉਹਨਾਂ ਨੂੰ ਉਠਾਲ ਠਾਲ ਕੇ, ਉਹਨਾਂ ਦੇ ਹੱਥ ਪੈਰ ਦੱਬ ਕੇ ਉਹਨਾਂ ਨੂੰ ਬਿਠਾਲਿਆ ਹੈ। ਤੇ ਜਦੋਂ ਇਹਨਾਂ ਦੇ ਹੱਥ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਛੂਏ ਹਨ ਤਾਂ ਇੱਕਦਮ ਉਹਨਾਂ ਦੇ ਵਿੱਚ ਇੱਕ ਜਾਗਰਤੀ ਹੁੰਦੀ ਹੈ
ਕਿ ਕੌਣ ਹੈ, ਇਹ ਕੌਣ ਨੌਜਵਾਨ ਹੈ ਜੋ ਇਤਨੀ ਰਾਤ ਨੂੰ ਸੰਗਤਾਂ ਦੀ ਸੇਵਾ ਕਰ ਰਿਹਾ ਹੈ। ਉਹਨਾਂ ਨੂੰ ਜਦੋਂ ਸੇਵਾ ਕਰਕੇ ਉਠਾਇਆ ਹੈ, ਪ੍ਰਸ਼ਾਦਾ ਛਕਾਇਆ ਹੈ, ਤਾਂ ਬੜੀ ਜੋ ਬਜ਼ੁਰਗ ਸਨ, ਮਾਤਾਵਾਂ ਅਤੇ ਬਜ਼ੁਰਗ ਤੋਂ ਕਹਿਣ ਲੱਗੇ ਭਈ ਜਵਾਨਾ ਬਹੁਤ ਚੰਗਾ ਕੀਤਾ ਤੂੰ, ਸਾਡੇ ਪਾਸੇ ਪ੍ਰਸ਼ਾਦੇ ਲੈ ਕੇ ਆਇਆ। ਅਸੀਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕਰਨੇ ਸਨ ਔਰ ਸਾਡੇ ਵਿੱਚ ਹਿੰਮਤ ਨਹੀਂ ਸੀ ਰਹਿ ਗਈ, ਇਤਨੇ ਭੁੱਖੇ ਸਨ। ਅਸੀਂ ਤਾਂ ਸੋਚ ਰਹੇ ਸੀ ਕਿ ਹੁਣ ਸਾਨੂੰ ਦਰਸ਼ਨ ਨਹੀਂ ਹੋਣੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਸਵੇਰਾ ਉਧਰ ਹੋਣ ਵਾਲਾ ਹੈ, ਉਹ ਸੰਗਤਾਂ ਗੁਰੂ ਜੀ ਨੂੰ ਕਹਿ ਰਹੀਆਂ ਹਨ ਕਿ ਵੀ ਜਵਾਨਾ ਤੁਸੀਂ ਹੁਣ ਸਾਡੇ ਨਾਲ ਚਲੋ ਤੇ ਸਾਨੂੰ ਦਰਸ਼ਨ ਕਰਾਓ, ਅਸੀਂ ਜਿਤਨੀ ਜਲਦੀ ਹੋ ਸਕੀਏ ਸਵੇਰੇ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਈਏ। ਉਹਨਾਂ ਕਿਹਾ ਜੀ ਸੱਤ ਬਚਨ ਅੱਗੇ ਅੱਗੇ ਮਾਤਾ ਭਾਨੀ ਜੀ ਔਰ ਗੁਰੂ ਅਰਜਨ ਦੇਵ ਜੀ ਚੱਲ ਪੈਂਦੇ ਹਨ। ਉੱਥੇ ਅੱਗੇ ਪਹੁੰਚ ਕੇ ਜਦੋਂ ਮੁੱਖ ਦੁਆਰ ਹੈ ਤਾਂ ਸੰਗਤਾਂ ਆਪਣੇ ਹੱਥ ਪੈਰ ਧੋ ਕੇ ਜੋੜੇ ਖੋਲ ਲੈਂਦੀਆਂ ਹਨ। ਹੁਣ ਵਿੱਚ ਕੁਝ ਸੰਗਤਾਂ ਹਨ, ਬਜ਼ੁਰਗ ਹਨ, ਉਹ ਆਪਸ ਵਿੱਚ ਕਰਦੇ ਹਨ ਕਿ ਜੋੜੇ ਇੱਥੇ ਆਪਾਂ ਖੋਲ ਕੇ ਜਾਵਾਂਗੇ, ਇੱਥੇ ਕੌਣ ਰੁਕੂਗਾ, ਜੋੜਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਹ ਦੇਖਦੇ ਹਨ ਕਿ ਸੰਗਤਾਂ ਆਪਸ ਵਿੱਚ ਥੋੜਾ ਉਹ ਕਰ ਰਹੀਆਂ ਹਨ ਕਿ ਇੱਥੇ ਕੌਣ ਲੁਕੇਗਾ, ਜੋੜਿਆਂ ਦੀ ਰਾਖੀ ਕੌਣ ਕਰੇਗਾ, ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆਪ ਜੀ ਜਾਓ, ਮੈਂ ਇੱਥੇ ਖੜਾ ਰਾਖੀ ਕਰਦਾ, ਤੁਸੀਂ ਦਰਸ਼ਨ ਕਰ ਆਓ। ਜਿਤਨਾ ਚਿਰ ਤੁਸੀਂ ਨਹੀਂ ਆਓਗੇ ਮੈਂ ਇੱਥੇ ਖੜਾ। ਹੁਣ ਸੰਗਤਾਂ ਅੰਦਰ ਜਾਂਦੀਆਂ ਹਨ, ਪੁੱਛਦੀਆਂ ਹਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਰਸ਼ਨ ਕਰਨੇ ਹਨ। ਇੱਕ ਦੂਜੇ ਨੂੰ ਪੁੱਛਦੇ ਹਨ ਗੁਰੂ ਅਰਜਨ ਦੇਵ ਜੀ ਕਿੱਧਰ ਹਨ। ਜੋ ਉੱਥੇ ਦੇ ਸੇਵਾਦਾਰ ਹਨ ਕਿ ਉਹ ਵੀ ਦੇਖਦੇ ਹਨ ਕਿ ਗੁਰੂ ਜੀ ਦੇ ਸਵੇਰ ਦੇ ਦਰਸ਼ਨ ਨਹੀਂ ਹੋਏ ਅੱਜ। ਉਹਨਾਂ ਨੇ ਬਾਬਾ ਬੁੱਢਾ ਜੀ ਪਾਸ ਸੰਗਤ ਨੂੰ ਭੇਜ ਦਿੱਤਾ ਕਿ ਬਾਬਾ ਬੁੱਢਾ ਜੀ ਸਭ ਜਾਣਦੇ ਹਨ, ਆਪ ਜੀ ਉਹਨਾਂ ਤੋਂ ਪੁੱਛੋ ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਸਭ ਕੁਝ। ਬਾਬਾ ਬੁੱਢਾ ਸਾਹਿਬ ਜੀ ਇਹ ਸਭ ਕੁਝ ਦੇਖਦੇ ਰਹੇ ਹਨ। ਕੋ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੋੜਿਆਂ ਦੇ ਵਿੱਚ ਖੜੇ ਹਨ, ਉਹ ਦੇਖ ਰਹੇ ਹਨ ਦੂਰੋਂ। ਸੰਗਤਾਂ ਬਾਬਾ ਬੁੱਢਾ ਜੀ ਪਾਸ ਪਹੁੰਚੀਆਂ ਹਨ, ਬੇਨਤੀ ਕਰਦੀਆਂ ਨੇ ਬਾਬਾ ਜੀ ਅਸੀਂ ਦਰਸ਼ਨ ਕਰਨ ਆਏ ਹਾਂ, ਅਸੀਂ ਕਾਬੁਲ ਕੰਧਾਰ ਅਫਗਾਨਿਸਤਾਨ ਦੀ ਸੰਗਤ ਉੱਥੋਂ ਆਏ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਨੂੰ ਦੱਸੋ ਗੁਰੂ ਅਰਜਨ ਦੇਵ ਜੀ ਕਿੱਥੇ ਹਨ, ਅਸੀਂ ਦਰਸ਼ਨ ਕਰਨੇ ਹਨ। ਬਾਬਾ ਬੁੱਢਾ ਜੀ ਕੁਝ ਬੋਲ ਨਹੀਂ ਰਹੇ, ਉਹਨਾਂ ਦੀਆਂ ਅੱਖਾਂ ਨੀਵੀਆਂ ਹਨ, ਇੱਕ ਬੈਰਾਗ ਦੇ ਵਿੱਚ ਹਨ ਕਿ ਦੇਖੋ ਗੁਰੂ ਸੰਗਤਾਂ ਦੇ ਜੋੜਿਆਂ ਦੀ ਰਾਖੀ ਕਰ ਰਿਹਾ। ਕਿਤਨਾ ਅਦਬ ਹੈ, ਕਿਤਨਾ ਪਿਆਰ ਹੈ ਸੰਗਤ ਦੇ ਨਾਲ, ਕਿਤਨਾ ਸਤਿਕਾਰ ਹੈ। ਜਦੋਂ ਸੰਗਤਾਂ ਨੇ ਜ਼ਿਆਦਾ ਬੇਨਤੀ ਕੀਤੀ, ਕਹਿਣ ਲੱਗੇ ਭਾਈ ਜਿਹੜੀ ਗੁਰੂ ਅਰਜਨ ਦੇਵ ਜੀ ਤੁਸੀਂ ਲੱਭਦੇ ਹੋ ਉਹ ਦੇਖੋ ਜੋੜਿਆਂ ਦੇ ਵਿੱਚ ਤੁਹਾਡੇ ਜੋੜਿਆਂ ਦੀ ਰਾਖੀ ਕਰ ਰਹੇ ਹਨ। ਸਤਿ ਸ੍ਰੀ ਅਕਾਲ। ਸੰਗਤਾਂ ਭੱਜ ਕੇ ਪਹੁੰਚ ਜਾਂਦੀਆਂ ਹਨ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕਿ ਤੁਸੀਂ ਹੀ ਰਾਤ ਸੀਗੇ, ਤੁਸੀਂ ਰਾਤ ਸਾਡੇ ਵਾਸਤੇ ਲੰਗਰ ਲੈ ਕੇ ਗਏ ਸਨ ਔਰ ਆਪ ਜੀ ਨੇ ਇਤਨਾ ਕਸ਼ਟ, ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹੋ ਔਰ ਤੁਸੀਂ ਸਾਡੇ ਜੋੜਿਆਂ ਦੀ ਰਾਖੀ ਕਰ ਰਹੇ ਹੋ। ਇਹ ਹੈ ਗੁਰੂ ਦਾ ਔਰ ਸੰਗਤ ਦਾ ਪਿਆਰ। ਕਿਉਂਕਿ ਭਗਤ ਜੋ ਹੈ, ਜੋ ਸਿੱਖ ਹੈ, ਉਹ ਗੁਰੂ ਨੂੰ ਜੋ ਗੱਲ ਕਹੇਗਾ ਗੁਰੂ ਦੀ ਮੰਨਦਾ ਹੈ, ਉਹਦੀ ਭਾਵਨਾ ਨੂੰ ਸਮਝਦਾ ਹੈ। ਗੁਰਬਾਣੀ ਦੇ ਵਿੱਚ ਸ਼ਬਦ ਹੈ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੀ ਭਗਤ ਨਾ ਛੁੱਟੇ ਮੋਹੀ। ਮੇਰੀ ਜਿਹੜੀ ਗੱਲ ਕੋਈ ਕਹੀ ਹੈ ਉਹ ਭਗਤ ਦੇ ਵਿੱਚ, ਸਿੱਖ ਦੇ ਵਿੱਚ ਇਤਨੀ ਤਾਕਤ ਹੈ ਕਿ ਉਹਨੂੰ ਵਾਪਸ ਕਰਾ ਸਕਦਾ ਹੈ।
ਲੇਕਿਨ ਭਗਤ ਦੀ ਕੋਈ ਗੱਲ ਕਹੀ ਹੋਈ, ਭਗਤ ਦੀ ਜੋ ਕੋਈ ਗੱਲ ਹੈ, ਮੈਂ ਉਹਦੀ ਗੱਲ ਨੂੰ ਇਨਕਾਰ ਨਹੀਂ ਕਰ ਸਕਦਾ। ਤਾਂ ਭਾਈ ਸਾਹਿਬ ਜੀ ਉਹਨਾਂ ਨੇ ਸਤਿਕਾਰ ਦੀ ਗੱਲ ਕੀਤੀ ਸੀ। ਗੁਰੂ ਮਹਾਰਾਜ ਜਦੋਂ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਸਨ, ਉਹ ਜਿਤਨੇ ਦੂਰ ਤੋਂ ਆਉਂਦੀਆਂ ਸੀ ਉਸੇ ਹਿਸਾਬ ਦੇ ਨਾਲ ਉਹਨਾਂ ਨੂੰ ਵਿਦਾਇਗੀ ਕਰਦੇ ਸਨ। ਰਸਤੇ ਦੇ ਵਿੱਚ ਰਾਸ਼ਨ ਪਾਣੀ ਦਾ ਇੰਤਜ਼ਾਮ, ਖਾਣ ਪੀਣ ਦਾ, ਮਾਇਆ ਦਾ ਵੀ, ਕਿਉਂਕਿ ਸੰਗਤਾਂ ਨੇ ਵਾਪਸ ਜਾਣਾ ਹੈ, ਉਹਨਾਂ ਦਾ ਰਸਤੇ ਦੇ ਵਿੱਚ ਇਹ ਕਿੱਦਾਂ ਪਹੁੰਚਣਗੇ ਸਾਰਾ ਉਸ ਸਮੇਂ ਕਰਦੇ ਸਨ। ਸੋ ਮੈਂ ਸਮਾਂ ਜ਼ਿਆਦਾ ਲੈ ਗਿਆ ਹਾਂ। ਮੈਂ ਬੇਨਤੀ ਕਰਾਂਗਾ, ਸਾਡੇ ਪਾਸ ਬਹੁਤ ਹੀ ਰਾਗੀ ਜੱਥਾ ਸਾਡਾ ਸਤਿਕਾਰਯੋਗ ਭਾਈ ਸਾਹਿਬ ਜਸਵੀਰ ਸਿੰਘ ਜੀ, ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਹੈ ਜੱਥੇ ਤੇ। ਪਹਿਲਾਂ ਵੀ ਜਦੋਂ ਵੀ ਕਦੀ ਸੰਗਤ ਯਾਦ ਕਰਦੀ ਹੈ ਪਹੁੰਚਦੇ ਹਨ। ਸੋ ਉਹ ਆਪ ਪਹੁੰਚ ਚੁੱਕੇ ਹਨ। ਹੁਣ ਉਹਨਾਂ ਨੇ ਹਾਜ਼ਰੀ ਭਰਨੀ ਹੈ ਜੀ। ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਦਾ ਲਾਹਾ ਲੈਣਾ ਹੈ, ਕਿਉਂਕਿ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਹ ਲਾਹਾ ਹੈ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਹੁਣ ਇਹ ਲਾਹਾ ਕੀ ਹੈ? ਚਾਹੇ ਆਪਾਂ ਇਸੇ ਤਰ੍ਹਾਂ ਆ ਕੇ ਮੁੜ ਜਾਈਏ ਜਾਂ ਕੁਝ ਲਾਹਾ ਲੈ ਕੇ ਜਾਈਏ, ਗੁਰਬਾਣੀ ਕੀਰਤਨ ਇੱਕ ਵੀ ਸ਼ਬਦ ਸਾਡੇ ਮਨ ਦੇ ਵਿੱਚ ਵਸ ਜਾਏਗਾ। ਪੰਚਮ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਹਨ, ਪਾਵਨ ਸੁਖਮਨੀ ਸਾਹਿਬ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਬਸ ਇੱਕ ਗੱਲ ਸਮਝਣ ਦੀ ਗੱਲ ਹੈ, ਜਿਸ ਦਿਨ ਸਾਨੂੰ ਸਮਝ ਆ ਜਾਏਗੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਏਗੀ। ਸੋ ਆਓ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ, ਸਾਨੂੰ ਗੁਰਸਿੱਖੀ ਜੀਵਨ, ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਨ। ਸੋ ਆਓ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਜਥਾ ਸੱਜ ਚੁੱਕੇ ਹਨ, ਉਹਨਾਂ ਪਾਸੋਂ ਗੁਰਬਾਣੀ ਕੀਰਤਨ ਦਾ ਆਪਾਂ ਆਨੰਦ ਬਣਨਾ ਹੈ। ਫਿਰ ਬੇਨਤੀ ਕਰਾਂਗਾ ਸੰਗਤਾਂ ਜੋ ਬਾਹਰ ਹਨ, ਆਪ ਜੀ ਕਿਰਪਾ ਕਰੋ, ਦਰਬਾਰ ਸਾਹਿਬ ਦੇ ਵਿੱਚ ਆ ਕੇ ਸਜੋ ਔਰ ਗੁਰਬਾਣੀ ਕੀਰਤਨ ਦੇ ਨਾਲ ਆਪਾਂ ਜੁੜੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।